हाँ जी, देखो नेक्स्ट एग्जांपल नंबर 5 है। अ ब्लॉक ऑफ 10 kg weight drops from a height of 60 centimeter upon a spring whose modulus is 60 kg per centimeter. Find the speed of the block when the spring is deformed 2 centimeter। ਹੁਣ ਦੇਖੋ ਇੱਕ ਆਹ ਲੱਕੜ ਦਾ ਬਲੌਕ ਹੈ ਜਿੰਦਾ ਖੁਦ ਦਾ weight 10 kg ਹੈ। ਉੱਪਰੋਂ ਆ ਬਲੌਕ ਹੈ, ਉੱਪਰੋਂ ਉਹਨਾਂ ਨੇ ਨੀਚੇ ਸਿੱਟਿਆ, ਹਾਈਟ ਕਿੰਨੀ ਤੇ ਸਿੱਟਿਆ 60 ਸੈਂਟੀਮੀਟਰ ਤੇ। ਇਹਦਾ ਖੁਦ ਦਾ weight ਕੀ ਹੈ 10 kg। ਔਰ ਸਿੱਟਿਆ ਵੀ ਗਰਾਊਂਡ 'ਤੇ ਨਹੀਂ ਫੈਂਕਿਆ, ਨੀਚੇ ਇੱਕ ਸਪਰਿੰਗ ਪਿਆ ਸੀ, ਸਪਰਿੰਗ ਜਿੰਦਾ ਮੋਡੂਲਸ 60 kg ਪਰ ਸੈਂਟੀਮੀਟਰ ਹੈ। ਤੇ ਹੁਣ ਦੇਖੋ ਜਦੋਂ ਉੱਪਰ ਆਵਾ ਭਾਰੀ ਚੀਜ਼ ਨੀਚੇ ਸਿੱਟਾਂਗੇ ਤਾਂ ਉਹ ਸਪਰਿੰਗ ਜਿਹੜਾ ਵਾ ਉਹ ਡੀਫਾਰਮ ਹੋ ਜਾਊਗਾ, ਮਤਲਬ ਦੱਬਿਆ ਜਾਊਗਾ, ਕਿਉਂਕਿ ਫਲੈਕਸੀਬਲ ਹੁੰਦਾ ਨਾ, ਉਹ ਦੱਬਿਆ ਜਾਊਗਾ। ਉਹੀ ਉਹਦੀ ਉਹ ਸਪੀਡ ਆਪਾਂ ਫਾਈਂਡ ਆਊਟ ਕਰਨੀ ਹੈ ਵੈਨ ਦਾ ਸਪਰਿੰਗ ਇਜ਼ ਡੀਫਾਰਮਡ 2 ਸੈਂਟੀਮੀਟਰ। देखो इनू प्रूफ किस तरह करना। सब तो पहला सारिਆਂ ਨੂੰ ਇੱਕ ਫਾਰਮੈਟ 'ਚ ਲਿਆਓ। ਇੱਥੇ ਕੀ ਹੈ 10 kg ਹੈ, ਇੱਥੇ ਕੀ ਹੈ ਸੈਂਟੀਮੀਟਰ ਹੈ, 2 ਸੈਂਟੀਮੀਟਰ ਹੈ, ਤਾਂ ਮੈਂ 10 kg ਨੂੰ ਵੀ ਕਿੰਦੇ 'ਚ ਕਨਵਰਟ ਕਰੂੰਗੀ ਗ੍ਰਾਮਸ ਦੇ ਵਿੱਚ। ਸੋ ਮਾਸ ਆਫ ਦਾ ਬਲੌਕ ਕੀ ਆ ਗਿਆ 10,000 ਗ੍ਰਾਮ। ਐਂਡ ਟੋਟਲ ਹਾਈਟ ਥਰੂ ਵਿਚ ਦਾ ਬਲੌਕ ਫॉल्स, ਟੋਟਲ ਹਾਈਟ ਕਿੰਨੀ ਉਚਾਈ ਤੋਂ ਗਿਰਾਣਾ ਸੀ 60 ਸੈਂਟੀਮੀਟਰ ਪਲੱਸ ਜਿੰਨਾ ਉਹਨੂੰ ਉਹ ਡੀਫਾਰਮ ਕਰਕੇ, ਮਤਲਬ ਉਹਨੂੰ ਸਪਰਿੰਗ ਨੂੰ ਦਬਾਤਾ ਉਹਨੇ ਕਿੰਨਾ 2 ਸੈਂਟੀਮੀਟਰ, ਤਾਂ ਟੋਟਲ ਹਾਈਟ ਕਿੰਨੀ ਹੋ ਗਈ 62 ਸੈਂਟੀਮੀਟਰ। ਠੀਕ ਹੈ। ਹੁਣ ਬਾਏ ਪ੍ਰਿੰਸੀਪਲ ਆਫ ਵਰਕ ਐਂਡ ਐਨਰਜੀ, ਪ੍ਰਿੰਸੀਪਲ ਆਫ ਵਰਕ ਐਂਡ ਐਨਰਜੀ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵਰਕ ਡਨ ਹੈ ਉਹ ਕਿੰਦੇ ਇਕੁਅਲ ਹੁੰਦਾ ਵਾ ਚੇਂਜ ਇਨ ਕਾਈਨੈਟਿਕ ਐਨਰਜੀ ਦੇ ਇਕੁਅਲ। ਵਰਕ ਡਨ ਕਿੰਦੇ ਇਕੁਅਲ ਹੈ ਚੇਂਜ ਇਨ ਕਾਈਨੈਟਿਕ ਐਨਰਜੀ ਦੇ ਇਕੁਅਲ। ਦਿਸ ਇਜ਼ ਇਕੁਅਲ ਟੂ ਦਾ ਵਰਕ ਡਨ। ਠੀਕ ਹੈ। ਹੁਣ ਦੇਖੋ ਚੇਂਜ ਇਨ ਕਾਈਨੈਟਿਕ ਐਨਰਜੀ ਕੀ ਹੈ। ਆ ਇੱਕ ਤੁਹਾਡੇ ਕੋਲ ਲੱਕੜ ਦਾ ਬਲੌਕ ਪਿਆ, ਨੀਚੇ ਤੁਸੀਂ ਫੈਂਕਿਆ 60 ਸੈਂਟੀਮੀਟਰ ਦੇ, ਨੀਚੇ ਇੱਕ ਸਪਰਿੰਗ ਪਿਆ ਸੀ, ਉਹ ਡੀਫਾਰਮ ਹੋ ਗਿਆ 2 ਸੈਂਟੀਮੀਟਰ। ਸੋ ਟੋਟਲ ਹਾਈਟ ਕਿੰਨੀ ਆ ਗਈ 62 ਸੈਂਟੀਮੀਟਰ। ਓਕੇ। ਨਾਓ ਚੇਂਜ ਇਨ ਕਾਈਨੈਟਿਕ ਐਨਰਜੀ ਕੀ ਹੁੰਦਾ ਵੈ, ਕਾਈਨੈਟਿਕ ਐਨਰਜੀ ਐਟ ਦਾ ਐਂਡ ਪੁਆਇੰਟ, ਠੀਕ ਹੈ, ਮਾਈਨਸ ਕਾਈਨੈਟਿਕ ਐਨਰਜੀ ਐਟ ਦਾ ਇਨੀਸ਼ੀਅਲ ਪੁਆਇੰਟ। ਇਨੀਸ਼ੀਅਲ ਪੁਆਇੰਟ ਤੋਂ ਉੱਪਰ ਬਲੌਕ ਖੜਾ ਹੀ ਪੋਜੀਸ਼ਨ 'ਚ ਸੀ, ਵੈਲੋਸਿਟੀ 0 ਸੀ ਤਾਂ 0 ਆ ਗਿਆ, ਇੱਥੇ ਆ ਗਿਆ ਹਾਫ। ਐਮ ਕੀ ਆ ਮਾਸ ਆਫ ਦਾ ਬਲੌਕ 10 kg ਸੀ, ਉਹਨੂੰ ਅਸੀਂ ਗ੍ਰਾਮਸ 'ਚ ਕਨਵਰਟ ਕਰਤਾ। ਠੀਕ ਹੈ। ਨਾਲ 20 ਸਕੇਅਰ ਅਸੀਂ ਅਜ਼ਿਊਮ ਕਰ ਲਈ ਵੈਲੋਸਿਟੀ। ਸੋ ਚੇਂਜ ਇਨ ਕਾਈਨੈਟਿਕ ਐਨਰਜੀ ਮੇਰੇ ਕੋਲ ਬਹੁਤ ਈਜ਼ੀਲੀ ਆ ਗਿਆ। ਹੁਣ ਮੈਂ ਕੀ ਕਰਨਾ ਵਰਕ ਡਨ, ਵਰਕ ਡਨ ਕਿੰਦੇ ਇਕੁਅਲ ਹੋਊਗੀ, ਵਰਕ ਡਨ ਕਿੰਦੇ ਇਕੁਅਲ ਹੈ। ਹੁਣ ਟੋਟਲ ਕੰਮ ਕਿੰਨਾ ਹੋਇਆ ਉਹ ਕੀ ਹੈ ਵਰਕ ਡਨ, ਵਰਕ ਡਨ, ਵਰਕ ਡਨ, ਵਰਕ ਡਨ ਕੀ ਹੈ ਵਰਕ ਡਨ ਬਾਈ ਗ੍ਰੈਵਿਟੀ, ਕਿਉਂਕਿ ਗ੍ਰੈਵਿਟੀ ਨੇ, ਗ੍ਰੈਵਿਟੇਸ਼ਨਲ ਫੋਰਸ ਨੇ ਉਹਨੂੰ ਨੀਚੇ ਨੂੰ ਖਿੱਚਣਾ ਸੀ, ਮਾਈਨਸ ਜਿਹੜੀ ਉਹ ਵਰਕ ਡਨ ਬਾਈ ਦਾ ਟੈਂਸ਼ਨ ਇਨ ਸਟਰਿੰਗ, ਧਾਗੇ ਸਟਰਿੰਗ ਕਰਕੇ ਉਹਨੇ ਖਿਚਾਵ ਪੈਦਾ ਹੋਣਾ ਸੀ ਉਹ ਚੀਜ਼। ਹੁਣ ਵਰਕ ਡਨ ਬਾਈ ਗ੍ਰੈਵਿਟੀ ਟੋਟਲ ਹਾਈਟ ਕਿੰਨੀ ਹੈ 62 ਸੈਂਟੀਮੀਟਰ ਹੈ ਨਾ, ਤਾਂ ਗ੍ਰੈਵਿਟੇਸ਼ਨਲ ਫੋਰਸ ਕਿੰਨੀ ਹੋਏਗੀ ਵਰਕ ਡਨ ਬਾਈ ਗ੍ਰੈਵਿਟੇਸ਼ਨਲ ਫੋਰਸ। ਹੁਣ ਵਰਕ ਡਨ ਕੀ ਹੁੰਦਾ ਮਾਸ ਇਨਟੂ ਡਿਸਟੈਂਸ ਕਵਰਡ। ਮਾਸ ਕਿੰਨਾ ਸੀਗਾ 10,000, डिस्टेंस कवर्ड 10,000 जी लिखता मैं, डिस्टेंस जी ग्रेविटेशनल फोर्स होंगी है, डिस्टेंस कितना कवर किया उन्हें 62 माइनस वर्क डन बाय टेंशन। टेंशन इन द स्ट्रिंग किस तरह फाइंड आउट करी दी है, देखो टेंशन ऑलवेज किंदे इक्वल होंगी है 2 लैम्डा बाय एल। अगर वो 2 सेंटीमीटर डीफॉर्म हुई है ना तो टेंशन का फॉर्मूला है 2 लैम्डा बाय एल, वेयर 2 is the deformation, lambda is the extension, L is the natural length। और ये सारी टर्म मैनू लैम्डा बाय एल कितनी दी है 60 किलोग्राम पर सेकेंड। ठीक है। सो उन्होंने मैं ग्राम्स कन्वर्ट कर लूँगी। सो हुण देखो वर्क डन बाय ग्रेविटी, टेंशन एंड टोटल वर्क डन बाय टेंशन हाफ इंटू टेंशन इंटू एक्सटेंशन, ये तुहानूं पता है सब नूं। टोटल वर्क डन कितना होया ग्रेविटेशनल फोर्स माइनस वर्क डन बाय ग्रेविटेशनल फोर्स माइनस वर्क डन बाय द टेंशन। सो उस तो बाद चेंज इन प्रिंसिपल ऑफ वर्क एंड एनर्जी की है चेंज इन काइनेटिक एनर्जी इज इक्वल टू द वर्क डन बाय द ग्रेविटी, तुहाडा आंसर आ जाएगा। ठीक है। इहदे नाल तुहानूं एक बहुत होर ईजी सम करवाउण लगी हाँ। पहला देखो
ये सम मोस्ट इंपॉर्टेंट है। अ पार्टिकल ऑफ मास m फॉल्स फ्रॉम रेस्ट at a height h above the ground. Show that sum of kinetic and potential energy throughout the motion ਜਿਹੜੀ ਆ ਉਹ constant ਹੁੰਦੀ ਆ। ਮਤਲਬ ਜਦੋਂ ਕੋਈ ਚੀਜ਼ ਉੱਪਰੋਂ ਨੀਚੇ ਗਿਰ ਰਹੀ ਹੈ ਜਾਂ ਨੀਚੇੋਂ ਉੱਪਰ ਜਾ ਰਹੀ ਹੈ ਕਿਸੇ ਵੀ ਪੁਆਇੰਟ ਤੇ ਸਮ ਆਫ ਕਾਈਨੈਟਿਕ ਤੇ ਪੋਟੈਂਸ਼ੀਅਲ એનર્ਜੀ ਥਰੂ ਆਊਟ ਸੇਮ ਰਹਿਣੀ ਹੈ, ਸਮ ਉਹਨਾਂ ਦਾ। ਹੁਣ ਇੱਥੇ ਅਸੀਂ ਇੱਕ ਪਾਰਟੀਕਲ ਆਫ ਮਾਸ m ਲਿੱਤਾ, ਉਹਨੂੰ ਰੈਸਟ ਤੋਂ ਫਾਲ ਕੀਤਾ। ਰੈਸਟ ਮਤਲਬ ਇਨੀਸ਼ੀਅਲ ਵੈਲੋਸਿਟੀ 0 ਹੈ, ਹਾਈਟ h ਦਿੱਤੀ ਹੈ, ਤਾਂ ਮੈਂ ਇਹਨੂੰ 3 ਪੁਆਇੰਟਸ ਤੇ ਸਮ ਆਫ ਪੋਟੈਂਸ਼ੀਅਲ ਤੇ ਕਾਈਨੈਟਿਕ એનર્ਜੀ ਗਿਣੂੰਗੀ। ਪਹਿਲੇ ਪੁਆਇੰਟ ਤੇ ਕਾਈਨੈਟਿਕ ਤੇ ਪੋਟੈਂਸ਼ੀਅਲ ਦਾ ਸਮ ਕਿੰਨਾ ਹੈ, ਐਂਡ ਵਾਲੇ ਪੁਆਇੰਟ ਤੇ ਪੋਟੈਂਸ਼ੀਅਲ ਤੇ ਕਾਈਨੈਟਿਕ ਦਾ ਸਮ ਕਿੰਨਾ, ਔਰ ਇਨ ਬਿਟਵੀਨ ਕਿਸੇ p ਪੁਆਇੰਟ ਤੇ ਕਾਈਨੈਟਿਕ ਤੇ ਪੋਟੈਂਸ਼ੀਅਲ ਦਾ ਸਮ ਕਿੰਦੇ ਇਕੁਅਲ ਹੈ। ਹੁਣ ਕਾਈਨੈਟਿਕ એનર્ਜੀ ਤੁਹਾਨੂੰ ਸਭ ਨੂੰ ਪਤਾ ਹੈ, ਕਾਈਨੈਟਿਕ એનર્ਜੀ ਦਾ ਫਾਰਮੂਲਾ ਆਲਵੇਜ਼ ਕੀ ਹੁੰਦਾ, ਹਾਫ mv²। ਤੇ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਕੀ ਹੁੰਦਾ, mgh ਇੰਟੂ ਜੋ ਵੀ ਹਾਈਟ ਆਉਂਦੀ ਹੈ, h ਜ਼ਰੂਰੀ ਨਹੀਂ s ਲਿਖ ਲਓ, ਚਾਹੇ mg ਇੰਟੂ s, ਇਹ ਤੁਹਾਨੂੰ ਸਭ ਨੂੰ ਫਾਰਮੂਲਾ ਪਤਾ। ਹੁਣ ਇਹ ਪੁਆਇੰਟ ਦੇ ਇਨੀਸ਼ੀਅਲ ਪੁਆਇੰਟ ਹੈ, ਇੱਥੋਂ ਚੀਜ਼ ਫੈਂਕਣੀ ਹੈ, ਪੱਕੀ ਗੱਲ ਹੈ। ਇਨੀਸ਼ੀਅਲ ਵੈਲੋਸਿਟੀ 0 ਹੈ ਤਾਂ ਕਾਈਨੈਟਿਕ એનર્ਜੀ ਆਏਗੀ 0। ਪੋਟੈਂਸ਼ੀਅਲ એનર્ਜੀ ਕੀ ਹੋਏਗੀ, mg ਇੰਟੂ ਪੂਰੀ ਦੀ ਪੂਰੀ h, ਕਿਉਂਕਿ ਖੜੀ ਚੀਜ਼ 'ਚ ਪੋਟੈਂਸ਼ੀਅਲ એનર્ਜੀ ਹੁੰਦੀ ਹੈ, ਕਾਈਨੈਟਿਕ એનર્ਜੀ 0। ਸੋ ਸਮ ਕਿੰਨਾ ਆ ਗਿਆ, mgh। x ਪੁਆਇੰਟ ਤੇ x ਤੇ ਹੁਣ ਵੈਲੋਸਿਟੀ ਚੇਂਜ ਹੋਏਗੀ, ਪਹਿਲਾਂ ਵੈਲੋਸਿਟੀ 0 ਸੀ, x ਤੇ ਵੈਲੋਸਿਟੀ ਕਿੰਨੀ ਹੋਏਗੀ, v1 ਮਾਈਨਸ 0। ਤੁਹਾਨੂੰ ਪਤਾ ਹੋਏਗਾ v² ਮਾਈਨਸ u² ਇਜ਼ ਇਕੁਅਲ ਟੂ 2gx, ਜਾਂ ਕਹਿ ਲਓ ਤੁਸੀਂ ਫਾਰਮੂਲਾ ਕੀਤਾ ਹੋਇਆ v² ਇਜ਼ ਇਕੁਅਲ ਟੂ u² ਪਲਸ 2gs, that is initial is 0, v1 is at p, so this and kinetic energy at p की होएगा half mv1²। what will be the potential energy at p, potential energy is mg into जो rest of the distance है h minus x, again sum कितना आ गया, mgh। ठीक है, इतने नाल ही है। when the particle reach the ground at b, at that point ab is h ਤੇ ਹੁਣ velocity ਕੀ ਹੈ, v2, इनिशियल वेलोसिटी किसी 0, हाइट कितनी है h, v2 फाइंड आउट कर लो। नाउ पोटेंशियल एनर्जी ख़त्म होगी एंड पॉइंट पे, वो 0 है क्योंकि चीज़ उपरों नीचे आई तो उस टाइम ते उनका डिस्टेंस 0। सो इन ऑल द 3 केसेस सम ऑफ काइनेटिक एंड पोटेंशियल एनर्जी रिमेन सेम थ्रू आउट द मोशन। लास्ट एग्जाम्पल इज लेफ्ट विद अस। A ring of mass m slides on a smooth vertical rod. Attached to the ring is a light string passing over a smooth peg distance a from the rod, and at the other end of the string is a mass m. Ring is held on a level with the peg and released. Show that it first come to rest falling a distance this. एक रिंग है देखो जिंदा मास एम है, वो स्लाइड करती पई है, मतलब आ एक वर्टिकल रोड जी दिती हुई सी, जिहड़ी रिंग है उनदे ते घूमी जाती उपर नीचे जिवें मर्जी। वो कहंदे रिंग दे ना एक साइड ते उन्होंने एक स्ट्रिंग जिहड़ा वो एक समूथ पैग चों पास करदा पिया, जिहड़ा ठीक है, फ्रॉम अ डिस्टेंस ए फ्रॉम द रोड। आ ए बी रोड है, आ पी पैग ले लिया, किल अदर एंड ऑफ द स्ट्रिंग, धागे का एक हिस्सा इधर बनिया होया, अदर एंड जोड़ा स्ट्रिंग का उनके नाल एक मास बनता एम, और मास जोड़ा वो रिंग के मास तो बड़ा है। ठीक है, आ चीज़ हुण देखो जो कोई चीज़ दूसरी साइड ते भारी बनी हुई है ऑटोमैटिकली रिंग ने नीचे आना शुरू कर देना। ठीक है, सो इनदे लिए देखो लेट ए बी द वर्टिकल स्मूथ रोड, सी बी द स्मूथ पैग। ठीक है, पहला इत्थे रिंग सीगी, एक धागे नाल इधरली साइड तो जांदा सी, दूजे धागे दे दूसरे सिरे ते एक वेट एम सी। हुण जिवें जिवें आ नीचे जाऊगी रिंग उपर नूं जाऊगी। ठीक है, इनिशियली रिंग इज एट ए and it begins to fall along the ring down its weight and will subsequently come to a rest at p। पहला ए ते सी अपने वेट करके नीचे नू जाएगी। सो ए पी इज x, so pc will be equal to by Pythagoras theorem this।
द डिस्टेंस थ्रू विच मास m हैज़ राइजन बाय दिस टाइम, ਜਦੋਂ ਰਿੰਗ ਨੇ ਨੀਚੇ ਨੂੰ ਆਉਣਾ, ठीक है, ਜਦੋਂ ਆ ਚੀਜ਼ ਦੇਖੋ ਨੀਚੇ ਨੂੰ ਜਾਏਗੀ, ਆ ਧਾਗਾ ਉਨਾ ਹੀ ਉੱਪਰ ਨੂੰ ਜਾਏਗਾ, ਉਨੀ ਹੀ ਰਿੰਗ ਉੱਪਰ ਨੂੰ ਜਾਊਗੀ। ਸੋ दैट विल बी PC माइनस AC। सो टेंशन इन द स्ट्रिंग इटरनल फोर्स है बाय प्रिंसिपल ऑफ काइनेटिक एनर्जी। हाँ, प्रिंसिपल ऑफ कंजरवेशन ऑफ एनर्जी 'ਚ ਹੁੰਦਾ कि सम ऑफ काइनेटिक एंड पोटेंशियल एनर्जी थ्रू आउट सेम रहता, मतलब चाहे इनिशियल पोजीशन ते सम देख लो चाहे फाइनल पोजीशन ते सम देख लो, पर दोनों ही पोजीशन वो कहते काइनेटिक एनर्जी तो जीरो है, क्योंकि स्टार्ट भी जीरो तो है तो एंड भी जीरो तो है, स्टार्ट भी रेस्ट तो एंड भी रेस्ट तो है। इन्ना मतलब सिर्फ सानू की चाहिए पोटेंशियल एनर्जी। इनिशियली पोटेंशियल एनर्जी पहला रिंग अपनी पोटेंशियल एनर्जी ज़्यादा सी, वेट नीचे आने पोटेंशियल एनर्जी घटन लग गई। सो उन्होंने अकॉर्डिंगली वैल्यू फाइंड आउट कर